गुरु रूप प्यारी साध संगत जी, वाहिगुरु जी का खालसा वाहिगुरु जी की फतेह। ਪੁਰਾਤਨ ਗੁਰਸਿੱਖਾਂ ਦੇ ਜੀਵਨ ਵੱਲ ਅਸੀਂ ਜਦ ਦੇਖਦੇ ਹਾਂ ਤਾਂ ਉਹਨਾਂ ਨੂੰ ਉੱਚੇ ਆਚਰਣ ਦੀ ਕਦਰ ਕੀਮਤ ਹੁੰਦੀ ਸੀ। ਉਹਨਾਂ ਦੇ ਅੰਦਰ ਆਪਣੀ ਸ਼ਖਸੀ ਅਤੇ ਕੌਮੀ ਆਚਾਰ ਨੂੰ ਬਰਕਰਾਰ ਰੱਖਣ ਲਈ ਉਹਨਾਂ ਨੂੰ ਕਈ ਸ਼ਹੀਦੀਆਂ ਵੀ ਦੇਣੀਆਂ ਪੈਂਦੀਆਂ ਸਨ, ਜਿਹੜੀਆਂ ਕਿ ਉਹ ਹੱਸ ਕੇ ਦਿੰਦੇ ਸਨ। ਪਰ ਅੱਜ ਕੱਲ੍ਹ ਹਉਮੈ ਦੇ ਭਰਮ ਭੁਲਾਵੇ ਵਿੱਚ ਸਾਡਾ ਜੀਵਨ ਮਾਇਕੀ ਰੰਗਣ ਵਾਲਾ ਹੋ ਗਿਆ ਹੈ, ਜਿਸ ਕਾਰਨ ਉੱਚੇ ਸੁੱਚੇ ਆਚਾਰ ਦੀ ਕਦਰ ਕੀਮਤ ਹੀ ਨਹੀਂ ਰਹੀ। ਆਪਣੀ ਹਉਂ-ਧਾਰੀ ਸ਼ਖਸੀਅਤ ਨੂੰ ਜਾਇਜ਼ ਨਾਜਾਇਜ਼ ਤਰੀਕਿਆਂ ਨਾਲ ਪਾਲਣਾ ਇਹ ਸਾਡਾ ਆਚਾਰ ਬਣ ਚੁੱਕਿਆ ਹੈ। ਪਰ ਫਿਰ ਵੀ ਕਈ ਗੁਰਸਿੱਖ ਪਿਆਰੇ ਜਦੋਂ ਸਤਸੰਗਤ ਵਿੱਚ ਆ ਕੇ ਧਿਆਨ ਨਾਲ ਗੁਰਬਾਣੀ ਨੂੰ ਸੁਣਦੇ ਹਨ ਜਾਂ ਆਪਣੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਆਪਣੀਆਂ ਅੱਖਾਂ ਅੱਗੇ ਲਿਆਉਂਦੇ ਹਨ ਤਾਂ ਉਹਨਾਂ ਦੇ ਅੰਤਰਾਤਮੇ ਵਿੱਚੋਂ ਆਵਾਜ਼ ਉੱਠਦੀ ਹੈ ਕਿ ਬਸ ਬਹੁਤ ਹੋ ਗਿਆ ਇਹ ਮਲੀਨ ਜੀਵਨ ਜੀਵਣਾ, ਹੁਣ ਇਸ ਤੋਂ ਅੱਗੇ ਅਸੀਂ ਗੁਰੂ ਦੇ ਆਦਰਸ਼ ਅਨੁਸਾਰ ਜੀਵਨ ਜੀਵਾਂਗੇ। ਸੋ ਇਹੋ ਜਿਹੀ ਜਾਗੀ ਹੋਈ ਆਤਮਾ ਨੂੰ ਸੇਧ ਦੇਣ ਲਈ ਅੱਜ ਦਾ ਗੁਰਬਾਣੀ ਵਿਚਾਰ ਦਾ ਲੇਖ ਆਚਾਰ। ਇਸ ਵਿੱਚ ਪਹਿਲੇ ਅਸੀਂ ਦੇਖਾਂਗੇ ਕਿ ਮਾਇਕੀ ਰੰਗਣ ਵਾਲਾ ਆਚਾਰ ਸਾਡਾ ਕਿਵੇਂ ਬਣਦਾ ਹੈ, ਉੱਥੇ ਅਸੀਂ ਕੀ ਕਰਨਾ ਹੈ। ਇਸ ਤੋਂ ਬਾਅਦ ਗੁਰਬਾਣੀ ਸਾਨੂੰ ਕਿਹੜੇ ਆਚਾਰ ਵੱਲ ਪ੍ਰੇਰਦੀ ਹੈ, ਕਿਹੜੇ ਕਰੈਕਟਰ ਵੱਲ ਪ੍ਰੇਰਦੀ ਹੈ। ਫਿਰ ਉਸ ਨੂੰ ਪ੍ਰਾਪਤੀ ਕਰਨ ਲਈ ਅਸੀਂ ਕੀ ਸਾਧਨ ਵਰਤ ਸਕਦੇ ਹਾਂ। ਜੋ ਕੁਝ ਅਸੀਂ ਆਪਣਾ ਆਚਾਰ ਹੁਣ ਬਣਾ ਚੁੱਕੇ ਉਹ ਤਾਂ ਬਣ ਗਿਆ, ਇਸ ਤੋਂ ਅੱਗੇ ਅਸੀਂ ਉਸ ਨੂੰ ਤਬਦੀਲ ਕਿਵੇਂ ਕਰ ਸਕਦੇ ਹਾਂ। ਸੋ ਇਹਨਾਂ ਵਿਚਾਰਾਂ ਤੇ ਆਧਾਰਿਤ ਗੁਰਮੁਖ ਪਿਆਰਿਆਂ ਦਾ ਲੇਖ 11 ਨੰਬਰ। ਆਓ ਪਿਆਰ ਨਾਲ ਸਰਵਣ ਕਰੀਏ। ਮਨ ਵਿੱਚ ਪਹਿਲਾ ਖਿਆਲ ਉਪਜਦੇ ਹਨ ਤੇ ਉਹ ਖਿਆਲ ਕਿਰਿਆ ਜਾਂ ਕਰਮ ਵਿੱਚ ਪ੍ਰਗਟ ਹੋ ਜਾਂਦੇ ਹਨ। ਜੇ ਖਿਆਲ ਅਤੇ ਕਰਮਾਂ ਨੂੰ ਮੁੜ ਦੁਹਰਾਇਆ ਜਾਵੇ ਜਾਂ ਉਹਨਾਂ ਦਾ ਅਭਿਆਸ ਕੀਤਾ ਜਾਵੇ ਤਾਂ ਉਹ ਸੁਭਾਅ ਜਾਂ ਆਦਤ ਬਣ ਜਾਂਦੀ ਹੈ। ਜਦ ਖਿਆਲ ਆਦਤ ਵਿੱਚ ਬਦਲ ਜਾਏ ਤਾਂ ਉਹ ਆਦਤ ਹੀ ਕਰਮਾਂ ਵਿੱਚ ਆਪ ਮੁਹਾਰੇ ਪ੍ਰਗਟ ਹੁੰਦੀ ਰਹਿੰਦੀ ਹੈ। ਇਹ ਆਦਤ ਦਾ ਜਦੋਂ ਫਿਰ ਅਸੀਂ ਹੋਰ ਅਭਿਆਸ ਕਰਦੇ ਹਾਂ ਤਾਂ ਸਹਿਜੇ ਸਹਿਜੇ ਇਤਨੇ ਸ਼ਕਤੀਸ਼ਾਲੀ ਹੋ ਜਾਂਦੇ ਹਨ ਕਿ ਸਾਡੇ ਤਨ ਮਨ ਤੇ ਬੁੱਧੀ ਇਸ ਆਦਤ ਦੀ ਬੁਰੀਆਈ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਉਸ ਭੈੜੀ ਆਦਤ ਤੋਂ ਛੁਟਕਾਰਾ ਨਹੀਂ ਪਾ ਸਕਦੇ। ਇਸ ਤਰ੍ਹਾਂ ਇਨਸਾਨ ਆਪਣੀ ਬਣਾਈ ਹੋਈ ਆਦਤ ਜਾਂ ਸੁਭਾਅ ਦਾ ਗੁਲਾਮ ਹੋ ਜਾਂਦਾ ਹੈ। ਜਾਣਦਿਆਂ ਵੀ ਅਸੀਂ ਉਸ ਆਦਤ ਤੋਂ ਫਿਰ ਛੁਟਕਾਰਾ ਨਹੀਂ ਪਾ ਸਕਦੇ। ਜਿਸ ਤਰ੍ਹਾਂ ਕਿ ਸ਼ਰਾਬੀ ਜਾਂ ਅਮਲੀ ਇੱਥੇ ਹੀ ਬਸ ਨਹੀਂ। ਜੇਕਰ ਇਹਨਾਂ ਆਦਤਾਂ ਦਾ ਜਾਂ ਸੁਭਾਅ ਦਾ ਹੋਰ ਲੰਮੇ ਸਮੇਂ ਤਾਈਂ ਅਭਿਆਸ ਹੁੰਦਾ ਰਹੇ ਤਾਂ ਫਿਰ ਇਹ ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੀਆਂ ਹਨ। ਇਉਂ ਅੰਤਸ਼ਕਰਨ ਵਿੱਚ ਉਤਰੇ ਜਾਂ ਇਕੱਠੇ ਹੋਏ ਖਿਆਲਾਂ ਦਾ ਸਾਡੇ ਤਨ ਮਨ ਤੇ ਬੁੱਧੀ ਤੇ ਇਤਨਾ ਡੂੰਘਾ ਅਸਰ ਹੋ ਜਾਂਦਾ ਹੈ ਕਿ ਅਸੀਂ ਇਹਨਾਂ ਦੀ ਗੁਲਾਮੀ ਵਿੱਚ ਜਕੜੇ ਜਾਂਦੇ ਹਾਂ। ਇਸ ਤਰ੍ਹਾਂ ਖਿਆਲਾਂ ਜਾਂ ਕਰਮਾਂ ਦੇ ਲਗਾਤਾਰ ਅਭਿਆਸ ਕਰਨ ਨਾਲ ਸਾਡੇ ਅੰਦਰ ਇਹਨਾਂ ਖਿਆਲਾਂ ਦੀ ਰੰਗਤ ਪਹਿਲਾਂ ਧੱਸ ਜਾਂਦੀ ਹੈ, ਫਿਰ ਵਸ ਜਾਂਦੀ ਹੈ ਤੇ ਸਹਿਜੇ ਸਹਿਜੇ ਰਸ ਜਾਂਦੀ ਹੈ ਤੇ ਜੀਵ ਅੰਤ ਨੂੰ ਉਸ ਦਾ ਹੀ ਸਰੂਪ ਬਣ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਅਫੀਮ ਦੇ ਅਮਲੀ ਨੂੰ ਹੀ ਦੇਖੋ। ਉਹ ਪਹਿਲਾਂ ਕਦੇ ਕਦੇ ਅਫੀਮ ਖਾਣੀ ਸ਼ੁਰੂ ਕਰਦਾ ਹੈ, ਫਿਰ ਉਸ ਦੀ ਉਹ ਆਦਤ ਬਣ ਜਾਂਦੀ ਹੈ ਤੇ ਕੁਝ ਸਮਾਂ ਪਾ ਕੇ ਉਹ ਅਮਲੀ ਬਣ ਜਾਂਦਾ ਹੈ। ਫਿਰ ਤਾਂ ਅਫੀਮ ਦੇ ਔਗਣਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਇਸ ਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਪਾ ਸਕਦਾ। ਦੇਖਿਆ ਗਿਆ ਹੈ ਕਿ ਸਾਰੀ ਉਮਰ ਅਫੀਮ ਖਾਂਦਿਆਂ ਖਾਂਦਿਆਂ ਅਫੀਮ ਦਾ ਅਸਰ ਉਸ ਦੇ ਰਗੋ ਰੇਸ਼ੇ ਵਿੱਚ ਇਤਨਾ ਡੂੰਘਾ ਉਤਰ ਕੇ ਰਸ ਜਾਂ ਸਮਾ ਜਾਂਦਾ ਹੈ ਕਿ ਉਹ ਅਮਲੀ ਸਮੁੱਚੇ ਤੌਰ ਤੇ ਅਫੀਮ ਦਾ ਹੀ ਅੰਤਰੀਵ ਸਰੂਪ ਬਣ ਜਾਂਦਾ ਹੈ ਤੇ ਉਸ ਦੇ ਜੀਵਨ ਦੇ ਹਰ ਇੱਕ ਪਹਿਲੂ ਯਾਨੀ ਖਿਆਲ, ਬੋਲ, ਤਕਣੀ, ਸੋਚਣੀ, ਹਰਕਤ, ਅਦਾ, ਵਿਵਹਾਰ, ਵਰਤਾਵੇ ਵਿੱਚ ਅਫੀਮ ਦੀ ਝਲਕ ਦਿਖਾਈ ਦਿੰਦੀ ਹੈ। ਐਸੇ ਜੀਵਨ ਦੇ ਤੁਰ ਅੰਤਸ਼ਕਰਨ ਵਿੱਚੋਂ ਆਪ ਮੁਹਾਰੇ ਫੁੱਟ ਕੇ ਨਿਕਲੀ ਹੋਈ ਹਵਾੜ ਨੂੰ ਆਚਾਰ ਕਿਹਾ ਜਾਂਦਾ ਹੈ। ਉਹ ਰੰਗਤ ਜਿਹੜੀ ਸਾਡੀ ਅੰਤਸ਼ਕਰਨ ਵਿੱਚ ਬਹੁਤ ਪ੍ਰਬਲ ਦ੍ਰਿੜ ਹੋ ਚੁੱਕੀ ਹੈ, ਜਿਹੜੀ ਹਵਾੜ ਨਿਕਲਦੀ ਹੈ ਬਾਰ-ਬਾਰ ਸਾਡੇ ਅੰਤਸ਼ਕਰਨ ਵਿੱਚੋਂ, ਉਹੀ ਸਾਡਾ ਆਚਾਰ ਹੈ। ਸੋ ਪਿਛਲੀ ਵਿਚਾਰ ਤੋਂ ਸਿੱਧ ਹੋਇਆ ਕਿ ਆਚਾਰ ਸਾਡੇ ਆਪਣੇ ਹੀ ਖਿਆਲਾਂ, ਕਰਮਾਂ ਤੇ ਆਦਤਾਂ ਦੇ ਲੰਮੇ ਅਭਿਆਸ ਦਾ ਸਮੁੱਚਾ ਨਤੀਜਾ ਹੈ। ਸਾਡੇ ਚੰਗੇ ਜਾਂ ਮਾੜੇ ਹੋਣ ਦਾ ਕਾਰਨ ਸਾਡੇ ਪਿਛਲੇ ਸੰਸਕਾਰ, ਅਜੋਕਾ ਵਾਤਾਵਰਣ ਤੇ ਸੰਗਤ ਹੁੰਦੇ ਹਨ। ਧਿਆਨ ਦੇਣਾ ਜੀ, ਆਚਾਰ ਬਣਦਾ ਤਾਂ ਖਿਆਲਾਂ ਤੋਂ ਹੈ। ਖਿਆਲਾਂ ਦੇ ਅਭਿਆਸ ਨਾਲ, ਖਿਆਲਾਂ ਤੋਂ ਕਰਮ ਹੁੰਦੇ ਹਨ, ਕਰਮਾਂ ਦੇ ਅਭਿਆਸ ਨਾਲ ਆਚਾਰ। ਪਰ ਖਿਆਲਾਂ ਨੂੰ ਸੇਧ ਸੰਗਤ ਤੋਂ ਮਿਲਦੀ ਹੈ, ਜਿਹੋ ਜੀ ਅਸੀਂ ਸੰਗਤ ਕਰਦੇ ਹਾਂ। ਜਿਸ ਤਰ੍ਹਾਂ
ਭਿੰਨ ਭਿੰਨ ਬੀਜਾਂ ਤੋਂ ਉਪਜੇ ਬੂਟਾਂ ਦੀਆਂ ਟਾਹਣੀਆਂ, ਪੱਤੇ, ਫਲ, ਰਸ, ਰੰਗ, ਸੁਗੰਧੀ ਹਰ ਇੱਕ ਬੀਜ ਦੀ ਅੰਦਰਲੀ ਸ਼ਖਸੀਅਤ ਦੀ ਰੰਗਤ ਜਾਂ ਕਿਸਮ ਤੇ ਨਿਰਭਰ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡਾ ਆਚਾਰ ਹੇਠ ਲਿਖੇ ਕਾਰਨਾਂ ਦੁਆਰਾ ਬਣਦਾ ਹੈ। ਸਾਡੇ ਪਿਛਲੇ ਜਨਮਾਂ ਦੇ ਸੰਸਕਾਰ, ਇਸ ਜਨਮ ਦੀ ਸੰਗਤ ਦਾ ਅਸਰ ਤੇ ਬਾਹਰਲੇ ਅਸਰਾਂ ਦੇ ਗ੍ਰਹਿਣ ਕਰਨ ਦੀ ਸ਼ਕਤੀ, ਇਹਨਾਂ ਤੋਂ ਉਪਜੇ ਖਿਆਲਾਂ ਜਾਂ ਕਰਮਾਂ ਦੇ ਅਭਿਆਸ ਦੇ ਸਮੁੱਚੇ ਨਤੀਜੇ ਵਜੋਂ ਨਿਕਲੀ ਸੁਗੰਧੀ ਜਾਂ ਹਵਾੜ ਨੂੰ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਪਿਛਲੇ ਜਨਮ ਦੇ ਸੰਸਕਾਰ ਤਾਂ ਸਾਡੇ ਵੱਸ ਤੋਂ ਬਾਹਰ ਹਨ, ਪਰ ਇਸ ਜਨਮ ਦੇ ਕਾਰਨਾਂ ਨੂੰ ਸਹੀ ਸੇਧ ਦੇਣੀ ਸਾਡੇ ਵੱਸ ਵਿੱਚ ਹੈ, ਕਿਉਂਕਿ ਵਾਹਿਗੁਰੂ ਜੀ ਨੇ ਇਨਸਾਨ ਨੂੰ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ। ਨਿਰਮਲ ਪਾਣੀ ਵਿੱਚ ਭਿੰਨ ਭਿੰਨ ਕਿਸਮਾਂ ਤੇ ਰੰਗਤ ਦੀਆਂ ਚੀਜ਼ਾਂ ਪਾਈ ਜਾਓ ਤਾਂ ਉਹ ਪਾਣੀ ਭਿੰਨ ਭਿੰਨ ਚੀਜ਼ਾਂ ਦੀ ਰੰਗਤ ਲੈਂਦਾ ਹੋਇਆ ਕੋਈ ਮਿਲਗੋਬਾ ਘੋਲ ਬਣਦਾ ਜਾਵੇਗਾ ਤੇ ਹਰ ਇੱਕ ਚੀਜ਼ ਦੀ ਮਿਲਾਵਟ ਨਾਲ ਉਸ ਦੀ ਰੰਗਤ, ਸਵਾਦ ਤੇ ਬਨਾਵਟ ਵਿੱਚ ਤਬਦੀਲੀ ਹੁੰਦੀ ਜਾਵੇਗੀ। ਇਸ ਤਰ੍ਹਾਂ ਉਸ ਘੋਲ ਦੀ ਸ਼ਖਸੀਅਤ ਨਾਲੋਂ ਨਾਲ ਬਦਲਦੀ ਜਾਂਦੀ ਹੈ, ਹਰ ਇੱਕ ਕਿਣਕੇ ਨਾਲ। ਸੋ ਸਾਡੇ ਜੀਵਨ ਦੇ ਪਿਛਲੇ ਸੰਸਕਾਰਾਂ ਦੇ ਘੋਲ ਵਿੱਚ ਇਸ ਜਨਮ ਦੇ ਖਿਆਲਾਂ ਤੇ ਕਰਮਾਂ ਨਾਲ ਖਿੰਨ ਖਿੰਨ, ਪਲ ਪਲ ਸਾਡੇ ਜੀਵਨ ਘੋਲ ਦੀ ਰੰਗਤ ਬਦਲਦੀ ਜਾਂਦੀ ਹੈ। ਇਸ ਤਬਦੀਲੀ ਦੇ ਜ਼ਿੰਮੇਵਾਰ ਸਾਡਾ ਮਨ ਦੇ ਖਿਆਲ ਅਤੇ ਕਰਮ ਹਨ। ਇਸ ਤਰ੍ਹਾਂ ਅਸੀਂ ਆਪਣੀਆਂ ਆਦਤਾਂ, ਆਚਾਰਨ ਜਾਂ ਸ਼ਖਸੀਅਤ ਤੇ ਭਾਗ ਆਪ ਹੀ ਬਣਾ ਰਹੇ ਹਾਂ ਤੇ ਪਲ ਪਲ ਬਦਲ ਰਹੇ ਹਾਂ। ਜਿਹੜਾ ਕੋਈ ਨਿੱਕਾ ਜਿਹਾ ਵੀ ਖਿਆਲ ਸੋਚਦੇ ਹਾਂ ਉਹ ਵੀ ਮਨ ਦੀ ਰੰਗਤ ਨੂੰ ਬਦਲ ਦਿੰਦਾ ਹੈ। ਕੋਈ ਖਿਆਲਾਂ ਤੋਂ ਫਿਰ ਕਰਮ ਕਰਦੇ ਹੋ, ਕਰਮ ਵੀ ਮਨ ਦੀ ਰੰਗਤ ਬਦਲ ਦਿੰਦਾ ਹੈ। ਇਸ ਲਈ ਅਸੀਂ ਆਪਣੇ ਆਚਾਰ, ਭਾਗ, ਸ਼ਖਸੀਅਤ ਨੂੰ ਆਪ ਹੀ ਬਣਾ ਰਹੇ ਹਾਂ ਤੇ ਪਲ ਪਲ ਬਦਲ ਰਹੇ ਹਾਂ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਸਾਡੇ ਮੌਜੂਦਾ ਮਨ ਦੀ ਰੰਗਤ ਅਥਵਾ ਸ਼ਖਸੀਅਤ ਹੈ ਉਹ ਪਿਛਲੇ ਕਈ ਜਨਮਾਂ ਦੇ ਸਮੁੱਚੇ ਸੰਸਕਾਰਾਂ, ਇਸ ਜਨਮ ਦੇ ਖਿਆਲਾਂ ਤੇ ਹੁਣ ਦੇ ਕਰਮਾਂ ਦਾ ਸਮੁੱਚਾ ਨਤੀਜਾ ਹੈ। ਦੂਜੇ ਲਫ਼ਜ਼ਾਂ ਵਿੱਚ ਮੌਜੂਦਾ ਆਚਾਰ ਜਾਂ ਸ਼ਖਸੀਅਤ ਦੇ ਬਣਨ ਲਈ ਕਈ ਜਨਮਾਂ ਦੀ ਜੀਵਨ ਕਿਰਿਆ ਦੇ ਲੰਮੇ ਅਰਸੇ ਦੇ ਅਭਿਆਸ ਦਾ ਹੀ ਨਤੀਜਾ ਹੈ। ਇਸ ਲਈ ਸਾਡੇ ਆਚਾਰ ਜਾਂ ਸ਼ਖਸੀਅਤ ਦੇ ਬਦਲਣ ਲਈ ਵੀ ਬੇਅੰਤ ਸਮੇਂ ਲਈ ਲਗਾਤਾਰ ਘਾਲਣਾ ਅਤੇ ਦ੍ਰਿੜਤਾ ਦੀ ਲੋੜ ਹੈ। ਸੋ ਫਿਰ ਦੁਹਰਾ ਦਈਏ ਕਿ ਅਸੀਂ ਆਪਣੇ ਸਰੀਰਕ ਗਿਆਨ ਇੰਦਰੀਆਂ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਹਾਂ, ਫਿਰ ਉਸ ਸੰਗਤ ਦੇ ਅਸਰਾਂ ਦੇ ਅਧੀਨ ਕਰਮ ਕਰਦੇ ਹਾਂ। ਇਹਨਾਂ ਕਰਮਾਂ ਦਾ ਅਭਿਆਸ ਕਰਦਿਆਂ ਹੋਇਆਂ ਸਾਡੀ ਆਦਤ ਬਣ ਜਾਂਦੀ ਹੈ। ਇਹ ਆਦਤ ਸਹਿਜੇ ਸਹਿਜੇ ਅੰਤਸ਼ਕਰਣ ਵਿੱਚ ਉਤਰ ਕੇ ਸੁਭਾਵ ਜਾਂ ਆਚਾਰ ਬਣ ਜਾਂਦਾ ਹੈ। ਸੋ ਇਸ ਸਾਰੀ ਕਿਰਿਆ ਵਿੱਚ ਸੰਗਤ ਦੀ ਅਤਿਅੰਤ ਮਹੱਤਤਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵਸ਼ ਹੀ ਸਾਡੇ ਖਿਆਲ ਤੇ ਕਰਮ ਨੀਵੇਂ ਹੋਣਗੇ, ਤੇ ਜੇਕਰ ਉੱਤਮ ਆਤਮਕ ਸੰਗਤ ਕਰਾਂਗੇ ਤਾਂ ਸਹਿਜੇ ਹੀ ਸਾਡੇ ਕੋਲੋਂ ਚੰਗੇ ਕਰਮ ਹੋਣਗੇ ਤੇ ਸਾਡਾ ਸੁਭਾਅ ਚੰਗੇਰਾ ਹੁੰਦਾ ਜਾਵੇਗਾ। ਸੋ ਇੱਥੇ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸੰਗਤ ਕਈ ਪ੍ਰਕਾਰ ਦੀ ਹੈ। ਪਹਿਲਾਂ ਤਾਂ ਹੈ ਸ਼ਖਸੀ ਸੰਗਤ। ਇਹ ਤਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੋ ਜਿਹੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹ ਜਿਹਾ ਹੀ ਸਾਡਾ ਆਚਾਰ ਅਥਵਾ ਜੀਵਨ ਬਣ ਜਾਂਦਾ ਹੈ, ਕਿਉਂਕਿ ਦੋ ਸੰਗੀਆਂ ਵਿੱਚੋਂ ਜਿਸ ਦਾ ਮਨ ਪ੍ਰਬਲ ਹੋਵੇਗਾ ਉਸ ਦੀ ਰੰਗਤ ਦਾ ਅਸਰ ਦੂਸਰੇ ਤੇ ਹੋਣਾ ਲਾਜ਼ਮੀ ਹੈ। ਇੱਕ ਦੂਸਰੇ ਦੇ ਮਨ ਤੇ ਮਾਨਸਿਕ ਕਿਰਨਾਂ ਦਾ ਅਸਰ ਹੁੰਦਾ ਹੈ। ਕਿਉਂਕਿ ਦੁਨੀਆ ਵਿੱਚ ਮਾਇਕੀ ਰੰਗਤ ਵਾਲਿਆਂ ਦੀ ਬਹੁਲਤਾ ਹੈ, ਇਸ ਕਰਕੇ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣ। ਕਬੀਰ ਸਾਕਤ ਸੰਗ ਨ ਕੀਜੀਐ, ਦੂਰੋਂ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਿਛ ਲਾਗੈ ਦਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਿਉਂਕਿ ਸਾਡੇ ਮਨ ਤੇ ਸੰਗਤ ਦਾ ਅਸਰ ਹੁੰਦਾ ਹੈ, ਸੰਗਤ ਅਨੁਸਾਰ ਹੀ ਅਸੀਂ ਖਿਆਲ ਸੋਚਦੇ ਹਾਂ। ਸੋ ਮੁੱਢਲੀਆਂ ਜਿਹੜੀਆਂ ਗੱਲਾਂ ਹਨ ਕਿ ਕਈ ਤਰ੍ਹਾਂ ਦੀ ਕੁਸੰਗਤ ਹੈ ਜੋ ਸਾਡੇ ਮਨ ਤੇ ਬੁਰਾ ਪ੍ਰਭਾਵ ਪਾਉਂਦੀ ਹੈ, ਉਸ ਤੋਂ ਅਸੀਂ ਬਚਣਾ ਹੈ। ਸੋ ਸਭ ਤੋਂ ਪਹਿਲਾਂ ਤਾਂ ਦੁਨੀਆ ਵਿੱਚ ਮਾਇਕੀ ਰੰਗਤ ਵਾਲੇ ਲੋਕਾਂ ਦੀ ਬਹੁਲਤਾ ਹੈ। ਘੱਟ ਤੋਂ ਘੱਟ ਲੋਕਾਂ ਨਾਲ ਅਸੀਂ ਵਾਹ ਪਾਉਣਾ ਹੈ, ਰਿਸ਼ਤਾ ਘੱਟ ਤੋਂ ਘੱਟ ਬੰਦਿਆਂ ਨਾਲ ਰੱਖਣਾ ਹੈ। ਕਿਉਂਕਿ ਸਿਰਫ ਜੇ ਅਸੀਂ ਗੱਲ ਨਹੀਂ ਵੀ ਕਰਦੇ, ਮਾਨਸਿਕ ਕਿਰਨਾਂ ਦਾ ਵੀ ਅਸਰ ਹੁੰਦਾ ਹੈ ਇੱਕ ਦੂਜੇ ਤੇ। ਜੇ ਮਾਇਕੀ ਰੰਗਤ ਵਾਲੇ ਦੀ ਸੰਗਤ ਵਿੱਚ ਜਾਵਾਂਗੇ ਜਾਂ ਉਸਦੇ ਨੇੜੇ ਵੀ ਜਾਵਾਂਗੇ ਤਾਂ ਉਸ ਦੀ ਮਾਨਸਿਕ ਕਿਰਨਾਂ ਦਾ ਅਸਰ ਸਾਡੇ ਮਨ ਤੇ ਪਵੇਗਾ। ਸੋ ਪਹਿਲਾ ਨੁਕਤਾ ਕਿ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣਾ ਹੈ। ਦੂਸਰਾ ਹੈ ਲਿਖਤੀ ਸੰਗਤ। ਕਹਾਵਤ ਹੈ ਕਿ ਕਿਸੇ ਬੰਦੇ ਦਾ ਆਚਾਰ ਜਾਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਉਸ ਦੇ ਸਰਾਣੇ ਪਈਆਂ ਕਿਤਾਬਾਂ ਦੇਖ ਲਓ, ਉਹਨਾਂ ਕਿਤਾਬਾਂ ਤੋਂ ਜ਼ਾਹਰ ਹੋ ਜਾਵੇਗਾ ਕਿ ਉਸ ਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੋ ਜਾਂਦਾ ਹੈ
कि उसका आचार उस किताब के ख्यालों या वलवलियां की रंगत वाला है, भावें वह उपरों किहो जिहा भी बनया फिरे। इसे तरह कौमां, देशां ते विश्व के आचार ते अखलाक की बाबत परख की जा सकती है उन्हां दी रुचि तो। जिस कौम अथवा देश में जिहो जिहा साहित्य बहुत पढ़िया जावे अथवा उन्हां दी रुचि जिस साहित्य नूं पढ़न दी होवे अते जिस किस्म का साहित्य बहुता प्रचलित होवे, उस कौम अते देश का आचार अते अखलाक ओ जिहा ही हुंदा है। दूजे लफ्जां विच साहित्य ही जीव, कौम, मुल्क ते विश्व के आचरण अते जीवन की कदर कीमत नूं परखण दी कसवटी है। इस जमाने अंदर कौमां, देशां ते विश्व विच मलीन नीवियां वासनावां की रंगत वाले साहित्य लई प्रबल रुचि है, जिस कारण समुचे विश्व की मानसिक अवस्था अते अखलाक गिरावट वाल रुड़िया जा रहा है अते उत्तम दैवी जीवन सेध देने वाले साहित्य लई रुचि अथवा मंग घटती जा रही है। किन्ने फिल्मी मैगजीन, किन्ने गंदे नावल बाजार विच विकदे हन, किन्ने चाव नाल लोग खरीद के उन्हां नूं पढ़दे हन। मंग अते पूर्ति के नियम अनुसार जिहो जी रुचि अथवा मंग होंदी है ओ जिहा साहित्य लिखिया जाता है। इसलिए लिखारियां नूं मजबूर होकर जनता की रुचि अनुसार ही साहित्य लिखना पैंदा है। इसे कारण अजोके साहित्यकारां की मानसिक रंगत भी मायकी मलीन वासनावां वाली होंदी जा रही है। जे कोई गुरमुख प्यारा उच्चियां सुचियां आत्मक लेखनियां लिखदा भी है तां प्रकाशक उन्हां नूं छापण लई तैयार नहीं होंदे, क्योंकि इन्हां दी मंग बाजार विच बहुत घट होंदी है, जिस कारण उन्हां दी पूंजी रुक जाती है। कौन पढ़दा है गुरबाणी या उत्तम लेखनियां नूं? इस तरह किताबां या ग्रंथां नूं पढ़ना, पढ़ के या फिर सुनना, उन्हां नाल विचार करना ते उन्हां दा असर लेना ही साडे मन दा लिखतां नाल संगत या कुसंगत करनी है, जिस दा असर अत डूंगा, तीबर, तीखण अते शक्तिमान होंदा है। इसलिए नीवी रंगण वालियां किताबां या पर्चियां दी बजाय उच्चियां धार्मिक किताबां या गुरबाणी पढ़न दी लोड़ है। हर गुण पढ़िए, हर गुण गुणिए, हर हर नाम कथा नित सुनिए। सो जिथे असी लोकां दी शख्सी कुसंगत तो बचना है, उथे किताबी कुसंगत तो बचना है। ये गंदे नावल, मैगजीन साढ़े मन नूं बहुत मलीन कर देंदे हन। सो इस तो अलावा इस दी जगह असी सोहणियां गुरमुख प्यारियां दियां लेखनियां या गुरबाणी दा अभ्यास करिए। तीसरा, भड़काऊ संगत जिवें सिनेमा, नाच, मुजरे अते जीव या कंन दे स्वाद आदि। आन रसा जेते तै चाखे, निमख न तृष्णा तेरी लाथे। जेते रस शरीर के तेते लगे दुख। इस बाबत सानू गुरु साहब ने गुरबाणी द्वारा इं उपदेश देते हैं। बाबा होर खाना खुशी खुआर, जित खादे तन पीड़िए, मन में चले विकार। बाबा होर पहनन खुशी खुआर, जित पैदे तन पीड़िए, मन में चले विकार। सो ओ जिहा खाना ना खाइए जिदे करके मन विच विकार चलन ते शरीर रोगी होवे। ओ जिहा पहरावा भी ना पहनीए जिदे नाल मन विच विकार पैदा होण ते शरीर भी औखा होवे। नाल ही खाना पैना तो अपना संतुलन विच करना है। इस दे नाल ही मन नूं नीवी रुचि वाले प्रेरण वाले दृश्य जिवें कि सिनेमा, टीवी आदि तो परहेज करना बहुत जरूरी है। ये नेत्रों मेरियो, हर तुम में जोत तारी, हर बिन अवर न देखो कोई। चौथा, पिछलियां यादां दी संगत। बुद्धि दी तय विच उतरे होए पिछले संकल्प विकल्प। नीवियां रुचियां वाली संगत दी जद सानू परख हो जावे तां ही असी अपने मन नूं नीवियां रुचियां तो रोक के उत्तम ते उचेरी संगत वाल प्रेर सकदे हां। ਇਹੋ ਹੀ ਸਭ ਤੋਂ ਪਹਿਲੀ ਜ਼ਰੂਰੀ ਤੇ ਔਖੀ ਖੇਲ ਹੈ, ਜੋ ਕਿ ਉੱਤਮ ਪੁਰਸ਼ਾਂ ਦੀ ਅਗਵਾਈ ਤੇ ਸਹਾਇਤਾ ਬਗੈਰ ਅਤ ਔਖੀ ਹੈ, ਕਿਉਂਕਿ ਮਨ ਤਾਂ ਆਪਣੀ ਰੁਚੀ ਅਨੁਸਾਰ ਮਾਇਕੀ ਖਿੱਚ ਦੁਆਰਾ ਸਹਿਜੇ ਹੀ ਹੇਠਾਂ ਨੂੰ ਖਿੱਚਿੰਦਾ ਜਾ ਰਿਹਾ ਹੈ। ਸੋ ਜਦ ਕਦੇ ਵੀ ਪੁਰਾਣੀਆਂ ਨੀਵੀਆਂ ਯਾਦਾਂ ਉੱਠਣ ਤਾਂ ਉਸੇ ਵੇਲੇ ਫੌਰਨ ਉਹਨਾਂ ਨੂੰ ਭੁਲਾਉਣਾ ਜਾਂ ਬਦਲ ਕੇ ਉਚੇਰੇ ਚੰਗੇਰੇ ਰੁਝੇਵੇਂ ਵੱਲ ਲਾਉਣਾ ਸੌਖਾ ਸਾਧਨ ਹੈ। ਜੇ ਉਦਮ ਦ੍ਰਿੜਤਾ ਨਾਲ ਫੌਰਨ ਨਾ ਕੀਤਾ ਜਾਵੇ ਤਾਂ ਉਹ ਰੁਚੀ ਮੁੜ ਆਪਣੇ ਪੁਰਾਣੇ ਵਹਿਣ ਵੱਲ ਵਹਿ ਤੁਰੇਗੀ। ਧਿਆਨ ਦੇਣਾ ਜੀ, पिछले यादां दे जिहड़े संकल्प विकल्प ਹਨ, ਇਹਨਾਂ ਤੋਂ ਕਿਵੇਂ ਬਚਣਾ ਹੈ ਕਿ ਜਦੋਂ ਵੀ ਕੋਈ ਮਾੜਾ ਖਿਆਲ ਆਇਆ ਫੌਰਨ ਉਸੇ ਵੇਲੇ ਆਪਣੇ ਮਨ ਨੂੰ ਕਿਸੇ ਹੋਰ ਪਾਸੇ ਰੁਝਾ ਦਿਓ, ਗੁਰਬਾਣੀ ਵੱਲ, ਸੰਗਤ ਵੱਲ, ਕੀਰਤਨ ਵੱਲ, ਕਿਸੇ ਹੋਰ ਰੁਝੇਵੇਂ ਵੱਲ, ਕਿ ਜੇ 5-6 ਸਕਿੰਟ ਵੀ ਉਹਨੂੰ ਛੱਡ ਦਿੱਤਾ ਉਸ ਰੁਚੀ ਨੂੰ, ਬਸ ਉਹ ਫਿਰ ਉਸਦੇ ਵੈਣ ਵਿੱਚ ਰੁੜ ਪਾਵਾਂਗੇ। ਇਸ ਤਰ੍ਹਾਂ ਉਹ ਰੁਚੀ ਹੋਰ ਪ੍ਰਬਲ ਹੋ ਜਾਵੇਗੀ। ਦੂਜੇ ਲਫ਼ਜ਼ਾਂ ਵਿੱਚ ਮਨ ਦੇ ਸਾਹਮਣੇ ਨੀਵੀਆਂ ਯਾਦਾਂ ਆਉਣ ਤਾਂ ਫੌਰਨ ਤੋਂ ਪਾਓ ਉਸੇ ਸੈਕਿੰਡ
ਉਸ ਦੀ ਥਾਂ ਚੰਗੇਰੇ ਖਿਆਲਾਂ ਦੀ ਯਾਦ ਪੇਸ਼ ਕੀਤੀ ਜਾਵੇ ਤੇ ਮਨ ਨੂੰ ਉਚੇਰੀ ਤੇ ਚੰਗੇਰੀ ਸੇਧ ਦਿੱਤੀ ਜਾਵੇ। ਦ੍ਰਿੜ ਹੋਏ ਖਿਆਲਾਂ ਨੂੰ ਦਬਾਉਣਾ ਜਾਂ ਮਿਟਾਉਣਾ ਔਖਾ ਹੈ, ਮਿਟਾ ਤਾਂ ਸਕਦੇ ਨਹੀਂ, ਪਰ ਉਸ ਨੂੰ ਉਚੇਰੀ ਤੇ ਚੰਗੇਰੀ ਸੇਧ ਵੱਲ ਪ੍ਰੇਰਨਾ ਤੇ ਬਦਲਣਾ ਸੌਖਾ ਹੈ, ਰੰਗਤ ਚਾੜ ਦੇਣੀ ਹੈ। ਸਾਡੇ ਮਨ ਦੇ ਖਿਆਲਾਂ ਦੇ ਬਣਨ ਦੇ ਸਾਧਨਾਂ ਵਿੱਚ ਅਭਿਆਸ ਜ਼ਰੂਰੀ ਅੰਗ ਹੈ, ਕਿਉਂਕਿ ਹੁਣ ਤਾਈਂ ਜੋ ਸਾਡੀਆਂ ਆਦਤਾਂ ਜਾਂ ਆਚਰਣ ਬਣਿਆ ਹੈ ਉਹ ਸਾਡੇ ਲਗਾਤਾਰ ਅਭਿਆਸ ਦਾ ਹੀ ਨਤੀਜਾ ਹੈ ਤੇ ਇਸ ਨੂੰ ਬਦਲਣ ਲਈ ਵੀ ਦ੍ਰਿੜਤਾ ਨਾਲ ਲਗਾਤਾਰ ਅਭਿਆਸ ਦੀ ਲੋੜ ਹੈ। 1-2 ਦਿਨ 10-12 ਦਿਨ ਦਾ ਕੰਮ ਨਹੀਂ, ਇਹ ਜ਼ਿਆਦਾ ਅਭਿਆਸ ਕਰਨਾ ਪਵੇਗਾ ਜੇ ਆਪਣੇ ਆਚਰਣ ਨੂੰ ਉੱਚਾ ਬਣਾਉਣਾ ਹੈ। ਖਿਆਲਾਂ ਤੇ ਖਿਆਲਾਂ ਤੋਂ ਉਪਜੇ ਕਰਮਾਂ ਦੇ ਦੁਹਰਾਵਣ ਅਥਵਾ ਅਭਿਆਸ ਨਾਲ ਹੀ ਖਿਆਲਾਂ ਨੂੰ ਸ਼ਕਤੀ ਮਿਲਦੀ ਹੈ। ਇਸ ਲਈ ਅਭਿਆਸ ਦੀ ਬਾਬਤ ਡੂੰਗੀ ਵਿਚਾਰ ਕਰਨੀ ਜ਼ਰੂਰੀ ਹੈ ਤੇ ਇਸ ਵਿਸ਼ੇ ਦੀ ਬਾਬਤ ਕਿਸੇ ਮਹਾਂਪੁਰਖ ਨੇ ਅੰਗਰੇਜ਼ੀ ਵਿੱਚ ਕੁਝ ਵਿਚਾਰ ਪੇਸ਼ ਕੀਤੇ ਹਨ, ਜਿਨ੍ਹਾਂ ਦਾ ਕਿ ਪੰਜਾਬੀ ਵਿੱਚ ਉਲੱਥਾ ਇੱਥੇ ਕੀਤਾ ਜਾਂਦਾ ਹੈ ਕਿ ਸਾਡੇ ਮਨ ਦੀ ਬਾਹਰਮੁਖੀ ਸੰਗਤ ਦਾ ਅਸਰ ਸਾਡੇ ਦਿਮਾਗ ਦੇ ਹਜ਼ਾਰਾਂ ਅਣੂਆਂ ਉੱਤੇ ਡੂੰਘਾ ਤੇ ਪੱਕਾ ਉਕਰਿਆ ਜਾਂਦਾ ਹੈ। ਇਹ ਦਿਮਾਗੀ ਸੂਖਮ ਰੰਗਤ ਸਾਡੇ ਮਨ ਵਿੱਚ ਪੱਕੀ ਹੁੰਦੀ ਜਾਂਦੀ ਹੈ। ਇਹਨਾਂ ਦੇ ਸਮੁੱਚੇ ਅਸਰ ਨੂੰ ਹੀ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਜਿਹੜੀ ਕਿਰਿਆ ਅਸੀਂ ਇੱਕ ਵਾਰੀ ਕਰਦੇ ਹਾਂ ਉਹੀ ਕਿਰਿਆ ਦੂਜੀ ਵਾਰੀ ਕਰਨ ਵਿੱਚ ਆਸਾਨ ਤੇ ਸਹਾਇਕ ਹੋ ਜਾਂਦੀ ਹੈ, ਕਿਉਂਕਿ ਸਾਡੀ ਦਿਮਾਗੀ ਬਿਜਲੀ ਦੇ ਕਰੰਟ ਦੁਆਰਾ ਸਾਡੇ ਮਨ ਅਤੇ ਦਿਮਾਗ ਦੇ ਕੈਸਟ ਉਤੇ ਖਿਆਲ ਜਾਂ ਕਿਰਿਆ ਉਕਰੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਦਿਮਾਗ ਦੇ ਅਣੂਆਂ ਉਤੇ ਉਹ ਜੇ ਖਿਆਲਾਂ ਦਾ ਨਿਸ਼ਾਨ ਪੈਂਦਾ ਹੈ ਤੇ ਉਸੇ ਤਰ੍ਹਾਂ ਅਗਲੇਰੇ ਖਿਆਲ ਲਈ ਰਾਹ ਬਣ ਜਾਂਦਾ ਹੈ। ਇਸੇ ਅਸੂਲ ਅਨੁਸਾਰ ਜਿੰਨੀ ਵਾਰੀ ਅਸੀਂ ਕਿਸੇ ਕਿਰਿਆ ਨੂੰ ਮੁੜ-ਮੁੜ ਕਰੀ ਜਾਵਾਂਗੇ ਉਤਨਾ ਹੀ ਉਸ ਕਿਰਿਆ ਦਾ ਅਸਰ ਸਾਡੇ ਦਿਮਾਗ, ਮਨ ਅਤੇ ਸਰੀਰ ਉਤੇ ਡੂੰਘਾ ਉਤਰਦਾ ਜਾਂਦਾ ਹੈ ਤੇ ਅਗਲੇਰੀ ਕਿਰਿਆ ਨੂੰ ਸੌਖਾ ਤੇ ਆਪ ਮੁਹਾਰਾ ਬਣਾਈ ਜਾਂਦਾ ਹੈ। ਸਮਾਂ ਪਾ ਕੇ ਅਸੀਂ ਜੋ ਆਪਣੇ ਚੰਗੇ ਜਾਂ ਮਾੜੇ ਆਚਰਣ ਦੇ ਲੇਖ ਬਣਾ ਰਹੇ ਹਾਂ ਫਿਰ ਉਹਨਾਂ ਨੂੰ ਮੇਟਣਾ ਕਠਿਨ ਹੋ ਜਾਂਦਾ ਹੈ। ਜਿਹੜੀ ਕਿਰਿਆ ਇੱਕ ਵਾਰੀ ਕਰਦੇ ਹਾਂ ਉਹ ਦੂਜੀ ਵਾਰੀ ਆਸਾਨ ਹੋ ਜਾਂਦੀ ਹੈ ਕਰਨ ਵਿੱਚ। ਫਿਰ ਜਦੋਂ ਦੂਜੀ ਵਾਰੀ ਦੁਹਰਾਉਂਦੇ ਹਾਂ, ਤੀਜੀ ਵਾਰੀ, ਫਿਰ ਉਹ ਆਦਤ ਬਣ ਗਈ, ਫਿਰ ਉਸ ਨੂੰ ਮੇਟਣਾ ਕਠਿਨ ਹੋ ਜਾਂਦਾ ਹੈ। ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਆਪਣੀ ਅਮਿਟ ਰੰਗਤ ਜਾਂ ਦਾਗ ਸਾਡੇ ਮਨ ਤੇ ਛੱਡ ਜਾਂਦੇ ਹਨ। ਇਸ ਤਰ੍ਹਾਂ ਸਾਡਾ ਕੋਈ ਖਿਆਲ ਜਾਂ ਕਰਮ ਕਦਾਚਿਤ ਅਜਾਈ ਨਹੀਂ ਜਾਂਦਾ ਕਿ ਉਸ ਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੇਲੇ ਕਿਸੇ ਹਾਲਤ ਵਿੱਚ ਭੁਗਤਣਾ ਹੀ ਪੈਂਦਾ ਹੈ। ਕੋਈ ਮਾੜਾ ਜਿਹਾ ਖਿਆਲ ਸੋਚਿਆ, ਕਿਸੇ ਨਾਲ ਰੋਸ ਦਾ ਜਾਂ ਕੋਈ ਬੁਰਾ ਖਿਆਲ, ਕਿ ਅਸੀਂ ਸੋਚਿਆ ਨਿੱਕਾ ਜਿਹਾ ਖਿਆਲ ਹੈ ਮਨ ਵਿੱਚ ਆਇਆ, ਕਰਮ ਤਾਂ ਕੀਤਾ ਨਹੀਂ, ਇਸ ਤੋਂ ਬਚ ਜਾਵਾਂਗੇ, ਪਰ ਨਹੀਂ, ਉਸ ਦਾ ਨਤੀਜਾ ਭੁਗਤਣਾ ਪੈਂਦਾ ਹੈ, ਭਾਵੇਂ ਉਸੇ ਵੇਲੇ ਜਾਂ ਭਾਵੇਂ ਸਮਾਂ ਪਾ ਕੇ। ਕੋਈ ਵੀ ਸਾਡਾ ਛੋਟੇ ਤੋਂ ਛੋਟਾ ਖਿਆਲ ਵੀ ਅਜਾਈ ਨਹੀਂ ਜਾਂਦਾ। ਭਾਵੇਂ ਸ਼ਰਾਬੀ ਹਰ ਵਾਰੀ ਇਹ ਕਹਿ ਕੇ ਆਪਣੇ ਮਨ ਨੂੰ ਧੋਖਾ ਦਿੰਦਾ ਹੈ ਕਿ ਚਲੋ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਣਾ ਹੈ, ਪਰ ਉਸ ਦੇ ਮਨ ਦੀ ਝੂਠੀ ਤਸੱਲੀ ਦੇ ਬਾਵਜੂਦ ਹਰ ਇੱਕ ਪਿਆਲੇ ਦਾ ਅਸਰ ਉਸ ਦੀਆਂ ਨਸਾਂ ਤੇ ਰਗੋ ਰੇਸ਼ੇ ਤੇ ਆਪਣਾ ਅਮਿਟ ਤੇ ਡੂੰਘਾ ਅਸਰ ਛੱਡ ਜਾਂਦਾ ਹੈ। ਇਹ ਭੈੜਾ ਅਸਰ ਉਸ ਦੀ ਅਗਲੇਰੀ ਰੁਚੀ ਜਗਾਉਣ ਵਿੱਚ ਪ੍ਰੇਰਕ ਤੇ ਸਹਾਇਕ ਬਣ ਕੇ ਉਸ ਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਫਿਰ ਉਹ ਮੁਕਾਬਲਾ ਨਹੀਂ ਕਰ ਸਕਦਾ, ਕਹਿੰਦਾ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਂਦਾ ਹੈ, ਪਰ ਉਸ ਦੀ ਰੁਚੀ ਹੋਰ ਪ੍ਰਬਲ ਹੋ ਗਈ। ਜਦੋਂ ਫਿਰ ਕਿਸੇ ਸ਼ਰਾਬੀ ਦੀ ਸੰਗਤ ਦੂਰੋਂ ਦੇਖਦਾ ਹੈ ਫਿਰ ਦੌੜ ਪੈਂਦਾ ਹੈ ਸ਼ਰਾਬ ਪੀਣ। ਸੋ ਉਸ ਦੀ ਅਗਲੇਰੀ ਰੁਚੀ ਨੂੰ ਜਗਾਉਣ ਲਈ ਉਹ ਸਹਾਇਕ ਬਣਦਾ ਹੈ, ਉਹ ਜਿਹੜਾ ਕਰਮ ਉਹ ਦੁਬਾਰਾ ਕਰਦਾ ਹੈ। ਇਸ ਤਰ੍ਹਾਂ ਉਸ ਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਇੱਕ ਹੋਰ ਉਦਾਹਰਣ ਨਾਲ ਇਹ ਨੁਕਤਾ ਸੌਖਾ ਸਮਝਿਆ ਜਾ ਸਕਦਾ ਹੈ ਕਿ ਜ਼ਮੀਨ ਤੇ ਪਾਣੀ ਡੋਲਣ ਨਾਲ ਤੇ ਪਾਣੀ ਦੀ ਰੋੜ ਨਾਲ ਕੋਈ ਰਾਹ ਬਣ ਜਾਂਦਾ ਹੈ, ਪਾਣੀ ਆਪਣਾ ਰਸਤਾ ਬਣਾ ਲੈਂਦੀ ਹੈ। ਦੂਜੀ ਵਾਰੀ ਉੱਥੇ ਪਾਣੀ ਡੋਲਣ ਨਾਲ ਪਹਿਲਾ ਬਣੀ ਨਾਲੀ ਥਾਣੀ ਹੀ ਪਾਣੀ ਰੁੜੇਗਾ ਤੇ ਹਰ ਵਾਰੀ ਰੋੜ ਨਾਲ ਉਹ ਨਾਲੀ ਚੌੜੀ ਤੇ ਡੂੰਘੀ ਹੁੰਦੀ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਹਰ ਇੱਕ ਖਿਆਲ ਜਾਂ ਕਰਮ ਆਪਣੇ ਵਹਿਣ ਲਈ ਸਾਡੇ ਮਨ ਵਿੱਚ ਰਾਹ ਜਾਂ ਨਾਲੀ ਅਥਵਾ ਆਦਤ ਬਣਾਉਂਦੇ ਹਨ। ਫਿਰ ਕੁਝ ਸਮਾਂ ਪਾ ਕੇ ਇਹਨਾਂ ਖਿਆਲਾਂ ਦੇ ਕਰਮਾਂ ਦੀ ਰੰਗਤ ਨਾਲ ਸਾਡੇ ਆਚਾਰ ਦਾ ਰੂਪ ਰੰਗ ਧਾਰ ਲੈਂਦਾ ਹੈ ਅਤੇ ਸਹਿਜ ਸੁਭਾਏ ਅਣਜਾਣੇ ਹੀ ਸਾਡੇ ਆਚਾਰ ਦੀ ਰੰਗਤ ਦੀ ਝਲਕ ਸਾਡੀ ਹਰ ਸੋਚਣੀ ਤੇ ਕਰਮਾਂ ਦੁਆਰਾ ਆਪ ਮੁਹਾਰੇ ਪ੍ਰਗਟ ਹੋਣ ਲੱਗ ਪੈਂਦੀ ਹੈ। ਇਉਂ ਅਸੀਂ ਆਪਣੇ ਖਿਆਲਾਂ ਤੇ ਕਰਮਾਂ ਦਾ ਸਰੂਪ ਧਾਰ ਲੈਂਦੇ ਹਾਂ, ਜਿਸ ਨੂੰ ਸ਼ਖਸੀਅਤ ਕਿਹਾ ਜਾਂਦਾ ਹੈ। ਸੋ ਉੱਪਰਲੀ ਸਾਰੀ ਵਿਚਾਰ 3 ਗੁਣਾਂ ਦੇ ਦਾਇਰੇ ਅਥਵਾ ਮਾਇਕੀ ਸੰਸਾਰ ਵਿੱਚ ਸਾਡੇ ਮਨ ਦੇ ਖਿਆਲਾਂ ਦੀ ਖੇਲ ਹੈ। ਸੋ ਇੱਥੋਂ ਤੱਕ ਤਾਂ ਇਹ ਸਾਡੇ ਮਨ ਦੇ ਖਿਆਲ ਸਨ। ਇੱਥੇ ਅਸੀਂ ਇਹੀ ਸੇਧ ਲਿੱਤੀ ਕਿ ਕੋਈ ਵੀ ਕਰਮ ਦੁਬਾਰਾ ਕੁਸੰਗਤ ਦਾ ਨਹੀਂ ਦੁਹਰਾਉਣਾ, ਕਿਉਂਕਿ ਹਰ ਇੱਕ ਕਰਮ ਫਿਰ ਸਾਡੀ ਆਦਤ ਨੂੰ ਹੋਰ ਪਕਾ ਦੇਵੇਗਾ। ਨਾ ਸ਼ਖਸੀ ਕੁਸੰਗਤ ਕਰਨੀ ਹੈ, ਨਾ ਕਿਤਾਬੀ ਕੁਸੰਗਤ ਕਰਨੀ ਹੈ, ਨਾ ਖਾਣਾ ਗਲਤ ਖਾਣਾ ਹੈ, ਨਾ ਪਹਿਰਾਵਾ
विकारां वाला पहनना है, ना सिनेमा टीवी वगैरह देखना है, ना ही पिछलियां यादां दी कुसंगत नूं दोहरावना है। वाहिगुरू जी का खालसा, वाहिगुरू जी की फतेह।